किताब विपरन की रीत तो सच दा मार्ग भाग चौथा। लेखक सरदार गुरबख्श सिंह काला अफगाना। पहले कांड दा 23वां भाग वर्ण आश्रम जात गोत दा परम। वाहिगुरू जी का खालसा वाहिगुरू जी की फतेह। समाज ਦੀ ਵੰਡ ਬ੍ਰਾਹਮਣ ਖੱਤਰੀ ਵੈਸ਼ ਅਤੇ ਸ਼ੂਦਰ ਇਹਨਾਂ ਚਾਰ ਹਿੱਸਿਆਂ ਵਿੱਚ ਕਿਵੇਂ ਹੋਈ ਸੀ। ਇਸ ਵਰਨ ਵੰਡ ਤੋਂ ਸਮਾਜ ਨੂੰ ਕੀ ਲਾਭ ਹੋਏ ਅਤੇ ਕੀ ਹਾਨੀ ਪੁੱਜੀ, ਇਸ ਦੀ ਪੂਰੀ ਗਾਥਾ ਇਸ ਪੁਸਤਕ ਦੇ ਪਹਿਲੇ ਭਾਗ ਵਿੱਚ ਆ ਚੁੱਕੀ ਹੈ। ਬ੍ਰਾਹਮਣ ਸਭ ਤੋਂ ਉੱਚੀ ਜ਼ਾਤ ਵਾਲੇ ਬਣ ਬੈਠੇ ਅਤੇ ਖੱਤਰੀ ਦੂਜੇ ਨੰਬਰ 'ਤੇ ਸਨ। ਵੈਸ਼ ਤੀਜੇ ਦਰਜੇ ਦੇ ਸ਼ਹਿਰੀ ਬਣ ਗਏ ਅਤੇ ਸ਼ੂਦਰ ਸਾਰਿਆਂ ਦੀ ਮੈਲ ਅਤੇ ਗੰਦ ਮੂਤ ਸਾਫ਼ ਕਰਨ ਵਾਲਾ ਪਿੱਟੜ ਅਤੇ ਹਰ ਥਾਂ ਤਿਰਸਕਾਰਿਆ ਜਾਣ ਵਾਲਾ ਲਾਚਾਰ ਪਰ ਨਿਸ਼ਕਾਮ ਸੇਵਕ ਸੀ। ਇਸ ਜ਼ਾਤ ਪਾਤ ਦੀ ਵੰਡ ਕਾਰਨ ਮਨੁੱਖ ਕੋਲੋਂ ਮਨੁੱਖ ਨੂੰ ਘਿਰਣਾ ਕਰਨ ਦਾ ਬੀਜ ਬੀਜਿਆ ਗਿਆ। ਚਾਰੇ ਵਰਨਾਂ ਦੇ ਲੋਕ ਆਪਣੇ ਆਪਣੇ ਕੰਮ ਨੂੰ ਹੀ ਧਰਮ ਬਣਾ ਬੈਠੇ। ਦੇਸ਼ ਵਾਸੀਆਂ ਦੇ ਜਾਨ ਮਾਲ ਦੀ ਰਾਖੀ ਕਰਨ ਦੀ ਜ਼ਿੰਮੇਵਾਰੀ ਕੇਵਲ ਖੱਤਰੀਆਂ ਦਾ ਕੰਮ ਬਣ ਜਾਣ ਕਰਕੇ ਬਾਕੀ ਤਿੰਨੇ ਵਰਨ ਏਡੇ ਕਮਜ਼ੋਰ ਹੋ ਗਏ ਕਿ ਆਪਣੀ ਜਾਨ ਅਤੇ ਮਾਲ ਅਤੇ ਆਪਣੀ ਇੱਜ਼ਤ ਦੀ ਰਾਖੀ ਕਰ ਸਕਣ ਦੀ ਸੱਤਿਆ ਗਵਾ ਬੈਠੇ। ਸਮਾਜ ਵਿੱਚ ਛੂਤਛਾਤ ਅਤੇ ਭਿੱਟ ਦਾ ਭਿਆਨਕ ਭੂਤ ਅਤੇ ਪੂਜਾ ਪਾਠ ਵਿੱਚ ਕਈ ਤਰ੍ਹਾਂ ਦੀ ਭਿੰਨਤਾ ਅਤੇ ਦੁਖਦਾਈ ਵਿਤਕਰੇ ਦਾ ਆ ਜਾਣ ਦੇ ਕਾਰਨ ਮਨੁੱਖ ਕੋਲੋਂ ਮਨੁੱਖ ਦਿਲੋਂ ਕੋਹਾਂ ਦੂਰ ਹੋ ਗਿਆ। ਸਮਾਜ ਅਜਿਹਾ ਨਿਰਬਲ ਹੋ ਗਿਆ ਕਿ ਗੁਆਂਢੀ ਦੇਸ਼ਾਂ ਦੇ ਲੁਟੇਰਿਆਂ ਲਈ ਲੁੱਟ ਦਾ ਅਖਾੜਾ ਬਣ ਗਿਆ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਇਸ ਜਾਤ ਪਾਤ ਅਥਵਾ ਵਰਨ ਵੰਡ ਦਾ ਭੇਦ ਖਤਮ ਕਰ ਦਿੱਤਾ ਅਤੇ ਸਾਰਿਆਂ ਨੂੰ ਇੱਕ ਪੱਧਰ 'ਤੇ ਭਰਾਵਾਂ ਵਾਂਗ ਬੈਠਣ ਦਾ ਰਾਹ ਚਲਾਇਆ। ਚੌਹਾਂ ਵਰਨਾਂ ਦੇ ਪਾੜੇ ਨੂੰ ਮਿਟਾ ਕੇ ਇੱਕ ਵਰਨ ਬਣਾ ਦਿੱਤਾ। ਵਰਨਾਂ ਤੋਂ ਅਗਾਂਹ ਬ੍ਰਹਮਚਰਜ, ਗ੍ਰਸਥ, ਵਾਨਪ੍ਰਸਥ, ਸੰਨਿਆਸ ਚਾਰ ਆਸ਼ਰਮ ਦੀ ਬ੍ਰਹਿਮੰਡੀ ਵੰਡ ਵਾਲੀ ਰੁਚੀ ਨੂੰ ਭੁੱਲ ਭੁਲਾ ਕੇ ਮਨੁੱਖਾਂ ਨੂੰ ਇੱਕ ਪਰਿਵਾਰ ਵਾਂਗ ਇਕੱਠੇ ਰਹਿਣ ਵਾਲਾ ਧਰਮ ਬਣਾਇਆ। ਖੱਤਰੀ, ਵੈਸ਼ ਅਤੇ ਸ਼ੂਦਰ ਲਈ ਧਰਮ ਕਰਮਾਂ ਦੇ ਕਰਨ 'ਤੇ ਬ੍ਰਾਹਮਣ ਨੇ ਕਈ ਤਰ੍ਹਾਂ ਦੀਆਂ ਅੱਡ-ਅੱਡ ਪਾਬੰਦੀਆਂ ਲਾਈਆਂ ਹੋਈਆਂ ਸਨ। ਉਹਨਾਂ ਸਾਰੀਆਂ ਬੰਦਸ਼ਾਂ ਨੂੰ ਸਤਿਗੁਰਾਂ ਨੇ ਦੂਰ ਕਰ ਦਿੱਤਾ। ਸਤਿਗੁਰਾਂ ਦਾ ਫਰਮਾਨ ਹੈ ਕਿ ਬ੍ਰਾਹਮਣ, ਖੱਤਰੀ, ਵੈਸ਼, ਸ਼ੂਦਰ ਕੋਈ ਵੀ ਹੋਵੇ, ਜਿਹੜਾ ਵੀ ਨੇਕੀ ਦਾ ਕੰਮ ਕਰੇ ਉਹ ਸਨਮਾਨਯੋਗ ਬਣ ਜਾਂਦਾ ਹੈ। ਜਿਹੜਾ ਵੀ ਪ੍ਰਭੂ ਦੀ ਭਗਤੀ ਕਰੇ ਉਹੀ ਸਭ ਤੋਂ ਉੱਚਾ ਹੈ। ਕਿਸੇ ਖਾਸ ਵਰਨ ਜਾਂ ਆਸ਼ਰਮ ਦੀ ਕੋਈ ਉਚੇਚੀ ਕੀਮਤ ਨਹੀਂ ਹੈ। ਬ੍ਰਾਹਮਣ, ਖੱਤਰੀ, ਸ਼ੂਦ, ਵੈਸ਼ ਚਾਰ ਵਰਨ ਚਾਰ ਆਸ਼ਰਮ ਹੈ। ਜੋ ਹਰ ਧਿਆਵੈ ਸੋ ਪ੍ਰਧਾਨ। ਪੰਨਾ 861। ਅਰਥ, ਸਾਡੇ ਦੇਸ਼ ਵਿੱਚ ਬ੍ਰਾਹਮਣ, ਖੱਤਰੀ, ਵੈਸ਼, ਸ਼ੂਦਰ ਇਹ ਚਾਰ ਪ੍ਰਸਿੱਧ ਵਰਨ ਹਨ। ਬ੍ਰਹਮਚਰਜ, ਗ੍ਰਸਥ, ਵਾਨਪ੍ਰਸਥ, ਸੰਨਿਆਸ ਇਹ ਚਾਰ ਆਸ਼ਰਮ ਪ੍ਰਸਿੱਧ ਹਨ। ਇਹਨਾਂ ਵਿੱਚੋਂ ਜਿਹੜਾ ਵੀ ਮਨੁੱਖ ਪ੍ਰਭੂ ਦਾ ਨਾਮ ਸਿਮਰਦਾ ਹੈ ਉਹੀ ਸਭ ਤੋਂ ਸ੍ਰੇਸ਼ਟ ਪ੍ਰਧਾਨ ਹੈ। ਜਾਤੀ ਆਦਿਕ ਕਰਕੇ ਕੋਈ ਨੀਵਾਂ ਉੱਚਾ ਨਹੀਂ ਰਿਹਾ। ਹਿੰਦੂਆਂ ਦੇ ਚੌਹਾਂ ਵਰਨਾਂ ਤੋਂ ਪਏ ਅਤੇ ਮੁਸਲਮਾਨ ਮੁਲਾਣਿਆਂ ਦੇ ਧਾਰਮਿਕ ਤੰਗ ਦਿਲੀ ਵਾਲੇ ਦੁਖਦਾਈ ਭਰਮ ਦੇ ਕਾਰਨ ਬਣੀ ਆਪਸੀ ਦੁਸ਼ਮਣੀ ਅਤੇ ਫੁੱਟ ਦੀ ਗੱਲ ਭਾਈ ਗੁਰਦਾਸ ਜੀ ਨੇ ਇਉਂ ਲਿਖੀ ਹੈ। ਚਾਰ ਵਰਨ ਚਾਰ ਮਜ਼ਹਬਾਂ ਜੱਗ ਵਿੱਚ ਹਿੰਦੂ ਮੁਸਲਮਾਣੇ, ਖੁਦੀ ਬਖੀਲ ਤਕਬਰੀ, ਖਿੱਚੋ ਤਾਣ ਕਰੇਨ ਤਿੰਗਾਣੇ, ਗੰਗ ਬਨਾਰਸ ਹਿੰਦੂਆਂ, ਮੱਕਾ ਕਾਬਾ ਮੁਸਲਮਾਣੇ, ਸੁੰਨਤ ਮੁਸਲਮਾਨ ਦੀ, ਤਿਲਕ ਜੰਜੂ ਹਿੰਦੂ ਲੋਬਾਣੇ, ਰਾਮ ਰਹੀਮ ਕਹਾਏ ਦੇ, ਇੱਕ ਨਾਮ ਦੁਹਿਰਾ ਭੁਲਾਣੇ, ਵੇਦ ਕਤੇਬ ਭੁਲਾਏ ਕੈ, ਮੋਹੇ ਲਾਲਚ ਦੁਨੀ ਸ਼ੈਤਾਣੇ, ਸੱਚ ਕਿਨਾਰੇ ਰਹਿ ਗਿਆ, ਖਹਿ ਮਰਦੇ ਬਾਹਮਣ ਮੋਹ ਲਾਣੇ, ਸਿਰੋਂ ਨਾ ਮਿਟੇ ਆਵਣ ਜਾਣੇ। ਭਾਈ ਗੁਰਦਾਸ ਜੀ। ਪਾਰ ਬ੍ਰਹਮ ਪੂਰਨ ਬ੍ਰਹਮ ਕਲਯੁਗ ਅੰਦਰ ਇੱਕ ਦਿਖਾਇਆ, ਚਾਰੇ ਪੈਰ ਧਰਮ ਦੇ ਚਾਰ ਵਰਨ ਇੱਕ ਵਰਨ ਕਰਾਇਆ। ਭਾਈ ਗੁਰਦਾਸ ਜੀ। ਚਾਰ ਵਰਨ ਇੱਕ ਵਰਨ ਕਰ, ਵਰਨ ਅਵਰਨ ਤਮੋਲ ਗੁਲਾਲੇ, ਅਸ਼ਟ ਧਾਤ ਇੱਕ ਧਾਤ ਕਰ, ਵੇਦ ਕਤੇਬ ਨ ਭੇਦ ਵਿਚਾਲੇ। ਭਾਈ ਗੁਰਦਾਸ ਜੀ। ਅਰਥ, ਚਾਰ ਵਰਨਾਂ ਵਿੱਚੋਂ ਭਲੇ ਬੁਰੇ ਵਰਨ ਦੀ ਉਪਾਧ ਨੂੰ ਛੱਡ ਕੇ ਇੱਕ ਵਰਨ ਕੀਤਾ।
ਜਿਵੇਂ ਤਮੋਲ ਭਾਵ ਪਾਨਾਂ ਦਾ ਬੀੜਾ ਇੱਕ ਗੁਲਾਲ ਪੋਸ ਦੇ ਫੁੱਲ ਵਾਂਗੂ ਲਾਲ ਰੰਗ ਹੀ ਦਿੰਦਾ ਹੈ। ਪਾਰਸ 8 ਧਾਤਾਂ ਦੀ ਇੱਕ ਧਾਤ ਸੋਨਾ ਬਣਾਉਂਦਾ ਹੈ। ਇਸੇ ਤਰ੍ਹਾਂ ਗੁਰੂ ਸ਼ਬਦ ਭਾਵ ਗੁਰੂ ਦਾ ਗਿਆਨ ਵੇਦ ਕਿਤਾਬਾਂ ਦੇ ਵਿੱਚ ਭੇਦ ਨਹੀਂ ਰੱਖਦਾ। ਜਾਤ ਗੋਤ ਵਰਨਾ ਆਸ਼ਰਮਾਂ ਤੋਂ ਅਗਾਂਹ ਵੱਡੇ ਵਡੇਰਿਆਂ ਦੇ ਨਾਮ 'ਤੇ ਪਿੰਡਾਂ ਦੇ ਨਾਂ 'ਤੇ ਜਾਂ ਕਈ ਤਰ੍ਹਾਂ ਦੇ ਉਪਨਾਮ ਆਦਿ ਪੈ ਜਾਣ ਕਾਰਨ ਅੱਡਰੀ ਜਾਤ ਗੋਤ ਦਾ ਭਰਮ ਚੱਲ ਪਿਆ। ਇਸ ਭਰਮ ਨੇ ਸਮਾਜ ਦੀਆਂ ਹੋਰ ਵੰਡੀਆਂ ਪਾ ਦਿੱਤੀਆਂ। ਜਾਤ ਗੋਤ ਦੇ ਹੰਕਾਰ ਦੇ ਇੱਕ ਅੱਡਰੇ ਰੋਗ ਨੇ ਭਾਰਤੀ ਮਨੁੱਖ ਨੂੰ ਆਗ ਰਸਿਆ। ਵਿਦੇਸ਼ਾਂ ਵਿੱਚ ਵੀ ਇਹ ਗੋਤ ਮੰਨਣ ਦਾ ਰਿਵਾਜ ਪੈ ਗਿਆ, ਪਰ ਉਹ ਲੋਕ ਇਸ ਨੂੰ ਖਾਨਦਾਨੀ ਪਛਾਣ ਮੰਨਦੇ ਹਨ। ਆਪਣੀ ਗੋਤ ਦਾ ਹੰਕਾਰ ਕਰਕੇ ਦੂਜੇ ਦੀ ਜਾਤ ਨੂੰ ਨੀਵੀਂ ਜਾਣ ਕੇ ਘਿਰਣਾ ਦੀ ਇਹਨਾਂ ਲੋਕਾਂ ਨੂੰ ਜਾਣ ਪਛਾਣ ਹੀ ਨਹੀਂ ਹੈ। ਭਾਰਤੀ ਬ੍ਰਾਹਮਣਾਂ ਅਥਵਾ ਹਿੰਦੂਆਂ ਵਿੱਚ ਉੱਚੀ ਜਾਤ ਕੁਲ ਅਥਵਾ ਗੋਤ ਦਾ ਬੜਾ ਹੰਕਾਰ ਹੈ। ਇਸ ਹੰਕਾਰ ਨੇ ਦੇਸ਼ ਵਿੱਚ ਬੜੇ ਘਿਨਾਵਣੇ ਉਹ ਪੱਧਰ ਕਰਵਾਏ। ਸਤਿਗੁਰੂ ਨਾਨਕ ਨਿਰੰਕਾਰੀ ਜੀ ਨੇ ਇਸ ਜਾਤ ਗੋਤ ਦੇ ਵਿਰੁੱਧ ਬੜਾ ਜ਼ੋਰਦਾਰ ਆਵਾਜ਼ ਉਠਾਈ। ਗੁਰਮਤਿ ਵਿੱਚ ਜਾਤ ਕੇਵਲ ਕਰਮ ਅਨੁਸਾਰ ਮੰਨੀ ਜਾਂਦੀ ਹੈ। ਜਾਤ ਗੋਤ ਦੇ ਇਸ ਭਰਮ ਰੋਗ ਵਿਰੁੱਧ ਹਾਜ਼ਰਾ ਹਜ਼ੂਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅੰਤ ਫਰਮਾਨ ਹਨ। ਫੱਕੜ ਜਾਤੀ ਫੱਕੜ ਨਾਉ ਸਭਨਾ ਜੀਆਂ ਇੱਕਾ ਛਾਉ ਆਪੋਂ ਜੇ ਕੋ ਭਲਾ ਕਹਾਏ ਨਾਨਕ ਤਾਂ ਪਰ ਜਾਪੈ ਜਾਂ ਪਤ ਲੇਖੈ ਪਾਏ। ਪੰਨਾ 83। ਅਰਥ ਜਾਤ ਦਾ ਹੰਕਾਰ ਤੇ ਨਾਮ ਵਡੱਪਣ ਦਾ ਹੰਕਾਰ ਵਿਅਰਥ ਹਨ। ਅਸਲ ਵਿੱਚ ਸਾਰੇ ਜੀਵਾਂ ਦੀ ਇੱਕੋ ਹੀ ਨੁਹਾਰ ਹੁੰਦੀ ਹੈ, ਭਾਵ ਆਤਮਾ ਸਭ ਦਾ ਇੱਕ ਹੀ ਹੈ। ਜਾਤ ਦੀ ਵਡਿਆਈ ਦੇ ਆਸਰੇ ਜੋ ਕੋਈ ਜੀਵ ਆਪਣੇ ਆਪ ਨੂੰ ਚੰਗਾ ਅਖਵਾਵੇ ਤਾਂ ਉਹ ਚੰਗਾ ਨਹੀਂ ਬਣ ਜਾਂਦਾ। ਗੁਰੂ ਨਾਨਕ ਸਾਹਿਬ ਜੀ ਦਾ ਫਰਮਾਨ ਹੈ ਕਿ ਜੀਵ ਤਾਂ ਹੀ ਚੰਗਾ ਜਾਣਿਆ ਜਾਂਦਾ ਹੈ ਜੇ ਲੇਖੇ ਵਿੱਚ ਭਾਵ ਸੱਚੀ ਦਰਗਾਹ ਦੇ ਲੇਖੇ ਵਿੱਚ ਆਦਰ ਹਾਸਲ ਕਰੇ, ਤੇ ਇਹ ਆਦਰ ਤਦ ਹੀ ਮਿਲਦਾ ਹੈ ਜੇ ਮਨੁੱਖ ਗੁਰੂ ਦੀ ਸਿੱਖਿਆ 'ਤੇ ਚੱਲ ਕੇ ਆਪਣੀ ਜੀਵਨ ਜੁਗਤ ਸਵਾਰ ਕੇ ਪ੍ਰਭੂ ਦੇ ਰੰਗ ਵਿੱਚ ਰੰਗਿਆ ਹੋਇਆ ਹਰ ਪਾਸੇ ਪ੍ਰਭੂ ਦੇ ਦਰਸ਼ਨ ਕਰਨ ਵਾਲੀ ਨਜ਼ਰ ਬਣਾ ਲਏ। ਸਦਾ ਲੋੜਵੰਦਾਂ ਦੁਖੀਆਂ ਦੀ ਭਲਾਈ ਕਰਨ ਵਾਲਾ ਜੀਵਨ ਬਣਾ ਲਏ। ਆਪਣੀ ਜਾਤ ਦੂਜਿਆਂ ਦੀ ਜਾਤ ਨਾਲੋਂ ਉੱਚੀ ਸਮਝਣ ਵਾਲੇ ਹੰਕਾਰੀ ਬ੍ਰਾਹਮਣ ਦਾ ਜ਼ਿਕਰ ਕਰਕੇ ਗੁਰਦੇਵ ਜੀ ਨੇ ਜਾਤ ਅਭਿਮਾਨ ਤੋਂ ਵਰਜਿਆ ਹੈ। ਜਾਤ ਕਾ ਗਰਭ ਨਾ ਕਰਿਓ ਕੋਈ ਬ੍ਰਹਮ ਬਿੰਦੇ ਸੋ ਬ੍ਰਾਹਮਣ ਹੋਈ। ਜਾਤ ਕਾ ਗਰਭ ਨਾ ਕਰ ਮੂਰਖ ਗਵਾਰਾ ਇਸ ਗਰਭ ਤੇ ਚਲੇ ਬਹੁਤ ਵੇਕਾਰਾ ਰਹਾਓ। ਚਾਰੇ ਵਰਨ ਆਖੈ ਸਭ ਕੋਈ ਬ੍ਰਹਮ ਬਿੰਦ ਤੇ ਸਭ ਓਪਤ ਹੋਈ। ਮਾਟੀ ਏਕ ਸਗਲ ਸੰਸਾਰਾ ਬਹੁ ਬਿਧ ਭਾਂਡੇ ਘੜੇ ਕੁਮਾਰਾ। ਪੰਚ ਤਤ ਮਿਲ ਦੇਹੀ ਕਾ ਆਕਾਰਾ ਘਟ ਵੱਧ ਕੋ ਕਰੇ ਵਿਚਾਰਾ। ਕਹਿਤ ਨਾਨਕ ਇਹ ਜੀਉ ਕਰਮ ਬੱਧ ਹੋਈ ਬਿਨ ਸਤਿਗੁਰ ਭੇਟੇ ਮੁਕਤ ਨਾ ਹੋਈ। ਪੰਨਾ 1127 ਅਤੇ 28। ਅਰਥ ਹੇ ਮੂਰਖ ਹੇ ਗਵਾਰ ਉੱਚੀ ਜਾਤ ਦਾ ਮਾਣ ਨਾ ਕਰਿਓ। ਇਸ ਮਾਣ ਹੰਕਾਰ ਤੋਂ ਭਾਈਚਾਰਕ ਜੀਵਨ ਵਿੱਚ ਕਈ ਵਿਗਾੜ ਚੱਲ ਪੈਂਦੇ ਹਨ। ਰਹਾਓ ਹੇ ਭਾਈ ਕੋਈ ਵੀ ਧਿਰ ਉੱਚੀ ਜਾਤ ਦਾ ਮਾਣ ਨਾ ਕਰਿਓ। ਜਾਤ ਦੇ ਆਸਰੇ ਬ੍ਰਾਹਮਣ ਨਹੀਂ ਬਣੀਦਾ। ਉਹ ਮਨੁੱਖ ਬ੍ਰਾਹਮਣ ਬਣ ਜਾਂਦਾ ਹੈ ਜਿਹੜਾ ਬ੍ਰਹਮ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲੈਂਦਾ ਹੈ। ਹਰੇਕ ਮਨੁੱਖ ਇਹੀ ਆਖਦਾ ਹੈ ਕਿ ਬ੍ਰਾਹਮਣ ਖੱਤਰੀ ਵੈਸ਼ ਸ਼ੂਦਰ ਇਹ ਚਾਰ ਹੀ ਵੱਖ-ਵੱਖ ਵਰਨ ਹਨ, ਪਰ ਇਹ ਲੋਕ ਇਹ ਨਹੀਂ ਸਮਝਦੇ ਕਿ ਪਰਮਾਤਮਾ ਦੀ ਜੋਤ ਰੂਪ ਅਸਲੇ ਤੋਂ ਹੀ ਸਾਰੀ ਸ੍ਰਿਸ਼ਟੀ ਪੈਦਾ ਹੁੰਦੀ ਹੈ। ਜਿਵੇਂ ਕੋਈ ਘੁਮਿਆਰ ਇੱਕੋ ਮਿੱਟੀ ਤੋਂ ਕਈ ਕਿਸਮਾਂ ਦੇ ਭਾਂਡੇ ਘੜ ਲੈਂਦਾ ਹੈ, ਤਿਵੇਂ ਇਹ ਸਾਰਾ ਸੰਸਾਰ ਪਰਮਾਤਮਾ ਨੇ ਆਪਣੀ ਹੀ ਜੋਤ ਤੋਂ ਬਣਾਇਆ ਹੈ। ਪੰਜ ਤੱਤ ਮਿਲ ਕੇ ਸਰੀਰ ਦੀ ਸ਼ਕਲ ਬਣਦੀ ਹੈ। ਕੋਈ ਇਹ ਨਹੀਂ ਆਖ ਸਕਦਾ ਕਿ ਕਿਸੇ ਵਰਨ ਵਾਲੇ ਵਿੱਚ ਤੱਤ ਬਹੁਤੇ ਹਨ, ਕਿਸੇ ਵਰਨ ਵਾਲੇ ਵਿੱਚ ਤੱਤ ਥੋੜ੍ਹੇ ਹਨ। ਗੁਰਦੇਵ ਜੀ ਦਾ ਫਰਮਾਨ ਹੈ, ਭਾਵੇਂ ਕੋਈ ਬ੍ਰਾਹਮਣ ਹੈ ਭਾਵੇਂ ਕੋਈ ਸ਼ੂਦਰ ਹੈ, ਹਰੇਕ ਜੀਵ ਆਪੋ ਆਪਣੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਬੱਝਾ ਹੈ। ਗੁਰੂ ਨੂੰ ਮਿਲਣ ਤੋਂ ਬਿਨਾਂ ਕੀਤੇ ਕਰਮਾਂ ਦੇ ਸੰਸਕਾਰਾਂ ਦੇ ਬੰਧਨਾਂ ਤੋਂ ਖਲਾਸੀ ਨਹੀਂ ਹੁੰਦੀ। ਜਾਤ ਜਨਮ ਨਾ ਪੁੱਛੀਐ ਸੱਚ ਘਰ ਲਿਹੋ ਬਤਾਏ। ਸਾ ਜਾਤ ਸਾ ਪਤ ਹੈ ਜਿਹੇ ਕਰਮ ਕਮਾਏ। ਜਨਮ ਮਰਨ ਦੁਖ ਕਟਿਐ ਨਾਨਕ ਛੂਟ ਸੁਨਾਏ। ਪੰਨਾ 1330। ਅਰਥ
ਗੁਰਦੇਵ ਜੀ ਦਾ ਫਰਮਾਨ ਹੈ, ਪ੍ਰਭੂ ਹਰੇਕ ਜੀਵ ਦੇ ਅੰਦਰ ਵਿਆਪਕ ਹੈ। ਪ੍ਰਭੂ ਹੀ ਹਰ ਇੱਕ ਦੀ ਜਾਤ ਪਾਤ ਹੈ। ਵਖੇਵਿਆਂ ਵਿੱਚ ਪੈ ਕੇ ਇਹ ਨਹੀਂ ਪੁੱਛਣਾ ਚਾਹੀਦਾ ਕਿ ਫਲਾਣੇ ਦੀ ਜਾਤ ਕਿਹੜੀ ਹੈ, ਕਿਸ ਕੁਲ ਦੇ ਵਿੱਚ ਉਸ ਦਾ ਜਨਮ ਹੋਇਆ ਹੈ। ਪੁੱਛਣਾ ਹੈ ਤਾਂ ਇਹ ਪੁੱਛੋ ਕਿ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਕਿਸ ਹਿਰਦੇ ਘਰ ਵਿੱਚ ਪ੍ਰਗਟ ਹੋਇਆ। ਜਾਤ ਪਾਤ ਤਾਂ ਜੀਵ ਦੀ ਉਹੀ ਹੈ ਜਿਹੋ ਜਿਹਾ ਜੀਵ ਕਰਮ ਕਰਦਾ ਹੈ। ਜਨਮ ਮਰਨ ਦੇ ਗੇੜ ਦਾ ਦੁੱਖ ਤਦੋਂ ਹੀ ਹੁੰਦਾ ਹੈ ਜਦੋਂ ਜੀਵ ਪ੍ਰਭੂ ਦੇ ਨਾਮ ਵਿੱਚ ਜੁੜਦਾ ਹੈ। ਨਾਮ ਵਿੱਚ ਜੁੜਿਆ ਹੀ ਕਾਮ ਆਦਿਕ 5 ਚੋਰਾਂ ਤੋਂ ਖਲਾਸੀ ਹੁੰਦੀ ਹੈ। ਗਰਭਵਾਸ ਮੈਂ ਕੁਲ ਨਹੀਂ ਜਾਤੀ, ਬ੍ਰਹਮ ਬਿੰਦ ਤੇ ਸਭ ਉਤਪਾਤੀ। ਕਹੋ ਰੇ ਪੰਡਤ ਬਾਹਮਣ ਕੱਬ ਕੇ ਹੋਏ, ਬਾਹਮਣ ਕਹਿ ਕੇ ਜਨਮ ਮਤ ਖੋਏ ਰਹਾ। ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ, ਤਾਂ ਆਨ ਬਾਟ ਕਾਹੇ ਨਹੀਂ ਆਇਆ। ਤੁਮ ਕਤ ਬ੍ਰਾਹਮਣ ਹਮ ਕਤ ਸੂਦ, ਹਮ ਕਤ ਲੋਹੂ ਤੁਮ ਕਤ ਦੂਧ। ਕਹੋ ਕਬੀਰ ਜੋ ਬ੍ਰਹਮ ਵਿਚਾਰੈ, ਸੋ ਬ੍ਰਾਹਮਣ ਕਹੀਅਤ ਹੈ ਹਮਾਰੇ। ਪੰਨਾ 324। ਅਰਥ, ਸਾਰੇ ਜੀਵਾਂ ਦੀ ਉਤਪਤੀ ਪਰਮਾਤਮਾ ਦੀ ਅੰਸ਼ ਤੋਂ ਹੋ ਰਹੀ ਹੈ। ਭਾਵ ਸਭ ਦਾ ਮੂਲ ਕਾਰਨ ਪਰਮਾਤਮਾ ਆਪ ਹੈ। ਮਾਂ ਦੇ ਪੇਟ ਵਿੱਚ ਤਾਂ ਕਿਸੇ ਨੂੰ ਇਹ ਸਮਝ ਨਹੀਂ ਹੁੰਦੀ ਕਿ ਮੈਂ ਕਿਸ ਕੁਲ ਦਾ ਹਾਂ। ਦੱਸ ਹੇ ਪੰਡਤ, ਤੁਸੀਂ ਬ੍ਰਾਹਮਣ ਕਦੋਂ ਦੇ ਬਣ ਗਏ? ਇਹ ਆਖ ਕੇ ਕਿ ਮੈਂ ਬ੍ਰਾਹਮਣ ਹਾਂ, ਮੈਂ ਬ੍ਰਾਹਮਣ ਹਾਂ। ਮਨੁੱਖਾ ਜਨਮ ਹੰਕਾਰ ਵਿੱਚ ਅਜਾਈ ਨਾ ਗਵਾਓ ਰਹਾਓ। ਜੇ ਹੇ ਪੰਡਤ ਤੂੰ ਬ੍ਰਾਹਮਣੀ ਦੇ ਪੇਟ ਵਿੱਚੋਂ ਜਨਮ ਲੈਣ ਕਾਰਨ ਬ੍ਰਾਹਮਣ ਹੈ, ਆਖਰ ਆਇਆ ਤਾਂ ਤੂੰ ਵੀ ਗੰਦ ਮੂਤ ਦੇ ਭੰਡਾਰ ਪੇਟ ਦੇ ਗਰਭ ਵਿੱਚ ਰਹਿ ਕੇ ਹੀ ਹੈ। ਜੇ ਸੱਚਮੁੱਚ ਦਾ ਪਵਿੱਤਰ ਬ੍ਰਾਹਮਣ ਸੈਂ, ਤੂੰ ਕਿਸੇ ਹੋਰ ਰਸਤੇ ਭਾਵ ਮਾਂ ਦੇ ਗਰਭ ਵਿੱਚ ਆਉਣ ਦੇ ਥਾਂ ਕਿਸੇ ਹੋਰ ਢੰਗ ਨਾਲ ਸੰਸਾਰ ਵਿੱਚ ਕਿਉਂ ਨਹੀਂ ਆਇਆ? ਹੇ ਪੰਡਤ, ਤੁਸੀਂ ਕਿਵੇਂ ਬ੍ਰਾਹਮਣ ਬਣ ਗਏ? ਤੁਸੀਂ ਕਿਵੇਂ ਬ੍ਰਾਹਮਣ ਬਣ ਗਏ? ਅਸੀਂ ਕਿਵੇਂ ਸ਼ੂਦਰ ਰਹਿ ਗਏ? ਜੇ ਸਾਡੇ ਸਰੀਰ ਵਿੱਚ ਨਿਰਾ ਲਹੂ ਹੀ ਹੈ, ਤਾਂ ਤੁਹਾਡੇ ਸਰੀਰ ਵਿੱਚ ਕਿਹੜਾ ਦੁੱਧ ਹੈ? ਜੰਮੇ ਵੀ ਸਾਡੇ ਵਾਂਗ ਮਾਂ ਦੇ ਪੇਟ ਤੋਂ ਅਤੇ ਸਰੀਰ ਵਿੱਚ ਵੀ ਸਾਡੇ ਵਾਂਗ ਲਹੂ ਹੀ ਹੈ, ਤਾਂ ਫਿਰ ਬ੍ਰਾਹਮਣ ਅਤੇ ਸ਼ੂਦਰ ਦਾ ਇਹ ਪਾੜਾ ਕਿਵੇਂ ਪੈ ਗਿਆ? ਕਬੀਰ ਜੀ ਦਾ ਫਰਮਾਨ ਹੈ ਕਿ ਅਸੀਂ ਤਾਂ ਉਸ ਮਨੁੱਖ ਨੂੰ ਬ੍ਰਾਹਮਣ ਸੱਦਦੇ ਹਾਂ ਜੋ ਪਰਮਾਤਮਾ ਨੂੰ ਸਿਮਰਦਾ ਹੈ। ਵਦੀ ਸੋ ਵੱਜਗ ਨਾਨਕਾ, ਸੱਚਾ ਵੇਖੈ ਸੋਏ। ਸਭਨੀ ਛਾਲਾਂ ਮਾਰੀਆਂ, ਕਰਤਾ ਕਰੇ ਸੋ ਹੋਏ। ਅੱਗੇ ਜ਼ਾਤ ਨਾ ਜ਼ੋਰ ਹੈ, ਅੱਗੇ ਜਿਉ ਨਵੇਂ। ਜਿਨ ਕੀ ਲੇਖੈ ਪਤ ਪਵੈ, ਚੰਗੇ ਸੇਈ ਕੇ। ਪੰਨਾ 469। ਅਰਥ, ਜੋ ਗੱਲ ਰੱਬ ਵੱਲੋਂ ਥਾਪੀ ਜਾ ਚੁੱਕੀ ਹੈ ਉਹੀ ਹੋ ਕੇ ਰਹੇਗੀ, ਕਿਉਂਕਿ ਉਹ ਸੱਚਾ ਪ੍ਰਭੂ ਹਰੇਕ ਜੀਵ ਦੀ ਆਪ ਸੰਭਾਲ ਕਰਦਾ ਹੈ। ਸਾਰੇ ਜੀਵ ਆਪੋ ਆਪਣਾ ਜ਼ੋਰ ਲਾਉਂਦੇ ਹਨ, ਪਰ ਹੁੰਦਾ ਉਹੀ ਹੈ ਜੋ ਕਰਤਾਰ ਕਰਦਾ ਹੈ। ਰੱਬ ਦੀ ਦਰਗਾਹ ਵਿੱਚ ਨਾ ਕਿਸੇ ਉੱਚੀ ਜਾਤ ਦਾ ਵਿਤਕਰਾ ਹੈ, ਨਾ ਹੀ ਕਿਸੇ ਦਾ ਧੱਕਾ ਚੱਲ ਸਕਦਾ ਹੈ, ਕਿਉਂਕਿ ਉੱਥੇ ਉਹਨਾਂ ਜੀਵਾਂ ਨਾਲ ਵਾਹ ਪੈਂਦਾ ਹੈ ਜੋ ਓਪਰੇ ਹਨ, ਭਾਵ ਉਹ ਕਿਸੇ ਦੀ ਉੱਚੀ ਜਾਤ ਜਾਂ ਜ਼ੋਰ ਜਾਣਦੇ ਹੀ ਨਹੀਂ, ਇਸ ਵਾਸਤੇ ਕਿਉਂ ਦਬਾਅ ਵਿੱਚ ਨਹੀਂ ਆਉਂਦੇ। ਉੱਥੇ ਕੋਈ ਮਨੁੱਖ ਭਲੇ ਗਿਣੇ ਜਾਂਦੇ ਹਨ ਜਿਨ੍ਹਾਂ ਨੂੰ ਕਰਮਾਂ ਦਾ ਲੇਖਾ ਹੋਣ ਵੇਲੇ ਆਦਰ ਮਿਲਦਾ ਹੈ, ਭਾਵ ਜਿਨ੍ਹਾਂ ਨੇ ਜਗਤ ਵਿੱਚ ਭਲੇ ਕੰਮ ਕੀਤੇ ਸਨ ਤੇ ਇਸ ਕਰਕੇ ਉਹਨਾਂ ਨੂੰ ਰੱਬ ਦੇ ਦਰ 'ਤੇ ਆਦਰ ਮਿਲਦਾ ਹੈ। ਦੇਹੀ ਜਾਤ ਨਾ ਆਗੇ ਜਾਏ, ਜਿੱਥੈ ਲੇਖਾ ਮੰਗੀਐ ਤਿੱਥੈ ਛੁਟੈ ਸੱਚ ਕਮਾਏ। ਸਤਿਗੁਰ ਸੇਵਨ ਸੇ ਤਨਵੰਤੇ, ਇੱਥੇ ਉਥੇ ਨਾਮ ਸਮਾਵਣਿਆ। ਪੰਨਾ 112। ਅਰਥ, ਪ੍ਰਭੂ ਦੀ ਹਜ਼ੂਰੀ ਵਿੱਚ ਮਨੁੱਖ ਦਾ ਸਰੀਰ ਨਹੀਂ ਜਾ ਸਕਦਾ। ਜਿਸ ਜਾਤ ਦਾ ਮਨੁੱਖ ਏਡਾ ਮਾਣ ਕਰਦਾ ਹੈ, ਉਹ ਉੱਚੀ ਜਾਤ ਵੀ ਉੱਥੇ ਨਹੀਂ ਪਹੁੰਚ ਸਕਦੀ। ਜਿੱਥੇ ਪਰਲੋਕ ਵਿੱਚ ਹਰੇਕ ਮਨੁੱਖ ਪਾਸੋਂ ਕੀਤੇ ਕਰਮਾਂ ਦਾ ਹਿਸਾਬ ਮੰਗਿਆ ਜਾਂਦਾ ਹੈ, ਉੱਥੇ ਤਾਂ ਸਦਾ ਥਿਰ ਪ੍ਰਭੂ ਦੇ ਨਾਮ ਸਿਮਰਨ ਦੀ ਕਮਾਈ ਕਰਕੇ ਹੀ ਸੁਰਖਰੂ ਹੋਈਦਾ ਹੈ। ਜਿਹੜੇ ਮਨੁੱਖ ਗੁਰੂ ਦੀ ਦਸੀ ਕਾਰ ਕਰਦੇ ਹਨ, ਉਹ ਪ੍ਰਭੂ ਦੇ ਨਾਮ ਧਨ ਨਾਲ ਧਨਾੜ ਬਣ ਜਾਂਦੇ ਹਨ। ਉਹੀ ਇਸ ਲੋਕ ਵਿੱਚ ਵੀ ਅਤੇ ਪਰਲੋਕ ਵਿੱਚ ਵੀ ਸਦਾ ਪ੍ਰਭੂ ਦੇ ਨਾਮ ਵਿੱਚ ਹੀ ਲੀਨ ਰਹਿੰਦੇ ਹਨ। ਗੁਰੂ ਨਾਨਕ ਸਾਹਿਬ ਜੀ ਦਾ ਫਰਮਾਨ ਹੈ ਕਿ ਪਰਮਾਤਮਾ ਦੀ ਦਰਗਾਹ ਵਿੱਚ ਨਾਮ ਰੂਪ ਸੌਦੇ ਦੀ ਪਰਖ ਹੁੰਦੀ ਹੈ। ਕਿਸੇ ਜਾਤ ਵਰਣ ਦਾ ਕੋਈ ਲਿਹਾਜ਼ ਨਹੀਂ ਹੁੰਦਾ। ਜਾਤੀ ਦੈ ਕੇ ਹੱਥ ਸੱਚ ਪਰਖੀਏ। ਪੰਨਾ 142।
ਜਾਤ ਪਾਤ ਆਦਿ ਹੋਰ ਪ੍ਰਭਤਾ ਦਾ ਹੰਕਾਰ ਤਿਆਗ ਦੇਣ ਵਾਲੇ ਇਸੇ ਉਪਦੇਸ਼ ਨੂੰ ਦ੍ਰਿੜ ਕਰਾ ਦੇਣ ਲਈ ਗੁਰਦੇਵ ਜੀ ਫਰਮਾਨ ਕਰਦੇ ਹਨ। ਨਾ ਮੈਂ ਜਾਤ ਨਾ ਪਤ ਹੈ, ਨਾ ਮੈਂ ਥੇਹ ਨਾ ਥਾਉ, ਸ਼ਬਦ ਭੇਦ ਭ੍ਰਮ ਕਟਿਆ, ਗੁਰ ਨਾਮ ਦੀਆ ਸਮਝਾਏ। ਪੰਨਾ 994। ਅਰਥ, ਨਾ ਮੇਰੀ ਕੋਈ ਉੱਚੀ ਜਾਤ ਹੈ, ਨਾ ਮੇਰੀ ਲੋਕਾਂ ਵਿੱਚ ਕੋਈ ਇੱਜ਼ਤ ਹੈ, ਨਾ ਮੇਰੀ ਭੋਏ ਦੀ ਕੋਈ ਮਾਲਕੀ ਹੈ, ਨਾ ਮੇਰਾ ਕੋਈ ਘਰ ਘਾਟ ਹੈ। ਮੈਨੂੰ ਨਿਆਣੇ ਨੂੰ ਗੁਰੂ ਨੇ ਆਪਣੇ ਸ਼ਬਦ ਨਾਲ ਵਿੰਨ ਕੇ ਮੇਰੀ ਭਟਕਣਾ ਕੱਟ ਦਿੱਤੀ ਹੈ। ਮੈਨੂੰ ਆਤਮਿਕ ਜੀਵਨ ਦੀ ਸੂਝ ਬਖਸ਼ ਕੇ ਪਰਮਾਤਮਾ ਦਾ ਨਾਮ ਦਿੱਤਾ ਹੈ। ਖਸਮ ਵਿਸਾਰੇ ਤੇ ਕਮ ਜਾਤ, ਨਾਨਕ ਨਾਮੇ ਬਾਝ ਸਨਾਤ। ਪੰਨਾ 10। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਸ ਮਨ ਮਨੁੱਖ ਨੂੰ ਨੀਵੀਂ ਜਾਤ ਦਾ ਅਥਵਾ ਕੁੱਤੇ ਮਾਰ ਕੇ ਖਾਣ ਵਾਲਾ ਚੰਡਾਲ ਗਿਣਦੇ ਹਨ, ਜਿਸ ਨੇ ਪ੍ਰਭੂ ਨੂੰ ਵਿਸਾਰ ਦਿੱਤਾ ਹੋਇਆ ਹੈ। ਨਾਲ ਹੀ ਇਹ ਫਰਮਾਨ ਹੈ ਕਿ ਪ੍ਰਭੂ ਦੀ ਭਗਤੀ ਨੇ ਨੀਵੀਂ ਜਾਤ ਵਾਲਿਆਂ ਨੂੰ ਸਨਮਾਨਯੋਗ ਬਣਾ ਦਿੱਤਾ ਹੈ। ਖਟ ਕਰਮ ਕੁਲ ਸੰਯੁਕਤ ਹੈ, ਹਰ ਭਗਤ ਹਿਰਦੇ ਨਾਹੀਂ, ਚਰਨਾਰ ਬਿੰਦ ਨਾ ਕਥਾ ਪਾਵੇ, ਸੁਪ ਚਤੁਲ ਸਮਾਨ, ਰੇ ਚਿਤ ਚੇਤ ਚੇਤ ਅਚੇਤ, ਕਾਹੇ ਨਾ ਬਾਲ ਮੀਕਾ ਦੇਖ। ਕਿਸ ਜਾਤ ਤੇ ਕਿਹ ਪਦੇ ਅਮਰਿਓ, ਰਾਮ ਭਗਤ ਬਸੇਖ ਰਹਾ। ਸੁਆਨ ਸਤਰ ਅਜਾਤ ਸਭ ਤੇ, ਕ੍ਰਿਸ਼ਨ ਲਾਵੈ ਹੇਤ, ਲੋਕ ਬਪਰਾ ਕਿਆ ਸਰਾਹੈ, ਤੀਨ ਲੋਕ ਪਰਵੇਸ਼। ਅਜਾਮਲ ਪਿੰਗਲ ਲੁਭਤ ਕੁੰਚਰ, ਗਏ ਹਰ ਕੈ ਪਾਸ, ਐਸੇ ਦੁਰਮਤ ਨਿਸਤਰੇ, ਤੂੰ ਕਿਉਂ ਨਾ ਤਰੇ ਰਵਿਦਾਸ। ਪੰਨਾ 1124। ਅਰਥ, ਹੇ ਮੇਰੇ ਗਾਫਲ ਮਨ, ਪ੍ਰਭੂ ਨੂੰ ਸਿਮਰ। ਹੇ ਮਨ, ਤੂੰ ਬਾਲਮੀਕ ਵੱਲ ਕਿਉਂ ਨਹੀਂ ਵੇਖਦਾ। ਇੱਕ ਨੀਵੀਂ ਜਾਤ ਤੋਂ ਬੜੇ ਵੱਡੇ ਦਰਜੇ ਤੇ ਅੱਪੜ ਗਿਆ। ਇਹ ਵਡਿਆਈ ਪਰਮਾਤਮਾ ਦੀ ਭਗਤੀ ਦੇ ਕਾਰਨ ਹੀ ਸੀ। ਰਹਾਓ, ਜੇ ਕੋਈ ਬ੍ਰਾਹਮਣ ਉੱਚੀ ਕੁਲ ਦਾ ਹੋਵੇ ਤੇ ਨਿਤ 6 ਕਰਮ ਕਰਦਾ ਹੋਵੇ, ਪਰ ਜੇ ਉਸ ਦੇ ਹਿਰਦੇ ਵਿੱਚ ਪਰਮਾਤਮਾ ਦੀ ਭਗਤੀ ਨਹੀਂ, ਜੇ ਉਸ ਨੂੰ ਪ੍ਰਭੂ ਦੇ ਸੋਹਣੇ ਚਰਨਾਂ ਦੀਆਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ, ਤਾਂ ਉਹ ਚੰਡਾਲ ਦੇ ਬਰਾਬਰ ਹੈ। ਕੁੱਤੇ ਖਾਣੇ ਚੰਡਾਲ ਤੁਲ ਹੈ। ਬਾਲਮੀਕ ਕੁੱਤਿਆਂ ਦਾ ਵੈਰੀ ਸੀ, ਸਭ ਲੋਕਾਂ ਨਾਲੋਂ ਚੰਡਾਲ ਸੀ, ਪਰ ਉਸ ਨੇ ਪ੍ਰਭੂ ਨਾਲ ਪਿਆਰ ਕੀਤਾ। ਵਿਚਾਰਾ ਜਗਤ ਉਸ ਦੀ ਕੀ ਵਡਿਆਈ ਕਰ ਸਕਦਾ ਹੈ। ਉਸ ਦੀ ਸ਼ੋਭਾ ਤਰਲੋਕੀ ਵਿੱਚ ਖਿਲਰ ਗਏ। ਅਜਾਮਲ, ਪਿੰਗਲਾ, ਸ਼ਿਕਾਰੀ, ਕੁੰਚਰ, ਇਹ ਸਾਰੇ ਮੁਕਤ ਹੋ ਕੇ ਪ੍ਰਭੂ ਚਰਨਾਂ ਵਿੱਚ ਜਾ ਪੜੇ। ਹੇ ਰਵਿਦਾਸ, ਜੇ ਅਜਿਹੀ ਭੈੜੀ ਮੱਤ ਵਾਲੇ ਤਰ ਗਏ, ਤਾਂ ਤੂੰ ਇਸ ਸੰਸਾਰ ਸਾਗਰ ਤੋਂ ਕਿਉਂ ਨਾ ਪਾਰ ਲੰਘੇਗਾ। ਭਗਤਾਂ ਕੀ ਜਤ ਪਤ ਇੱਕੋ ਨਾਮ ਹੈ, ਆਪੇ ਲਏ ਸਵਾਰ, ਸਦਾ ਸ਼ਰਣਾਈ ਤਿਸ ਕੀ, ਜਿਉ ਭਾਵੇ ਤਿਉ ਕਾਰਜ ਸਾਰ। ਪੰਨਾ 429 ਅਤੇ 30। ਅਰਥ, ਪਰਮਾਤਮਾ ਦਾ ਨਾਮ ਹੀ ਭਗਤਾਂ ਵਾਸਤੇ ਉੱਚੀ ਜਾਤ ਹੈ, ਨਾਮ ਹੀ ਉਹਨਾਂ ਵਾਸਤੇ ਉੱਚੀ ਕੁਲ ਹੈ। ਪਰਮਾਤਮਾ ਆਪ ਹੀ ਉਹਨਾਂ ਦੇ ਜੀਵਨ ਨੂੰ ਸੋਹਣਾ ਬਣਾ ਦਿੰਦਾ ਹੈ। ਭਗਤ ਸਦਾ ਉਸ ਪ੍ਰਭੂ ਦੀ ਸ਼ਰਨ ਪਏ ਰਹਿੰਦੇ ਹਨ। ਜਿਵੇਂ ਪ੍ਰਭੂ ਨੂੰ ਚੰਗਾ ਲੱਗਦਾ ਹੈ, ਤਿਵੇਂ ਉਹ ਉਹਨਾਂ ਦਾ ਹਰੇਕ ਕੰਮ ਸਿਰੇ ਚਾੜ ਦਿੰਦਾ ਹੈ। ਸਿਮਰਨ ਵਿਹੂਣੇ ਮਨੁੱਖ ਨੂੰ ਸਤਿਗੁਰਾਂ ਨੇ ਰੱਬ ਨਾਲੋਂ ਟੁੱਟਾ ਹੋਇਆ, ਨੀਚ ਕੁਲ ਅਤੇ ਅਤ ਕਮੀਨੀ ਜਾਤ ਦਾ ਆਤਮਘਾਤੀ ਫਰਮਾਨ ਕੀਤਾ ਹੈ। ਬਿਨ ਸਿਮਰਨ ਹੈ ਆਤਮਘਾਤੀ, ਸਾਕਤ ਨੀਚ ਤਿਸ ਕੋਲ ਨਹੀਂ ਜਾਤੀ। ਪੰਨਾ 239। ਕਿਸੇ ਭਗਤ ਦੀ ਜਾਤ ਗੋਤ ਬਾਰੇ ਪੁੱਛਣਾ ਅਸਿੱਖੀ ਹੈ। ਸਤਿਗੁਰਾਂ ਦਾ ਫਰਮਾਨ ਹੈ ਕਿ ਭਗਤਾਂ ਦੀ ਜਾਤ, ਮਾਣ, ਇੱਜ਼ਤ, ਧਨ ਆਦਿ ਕੇਵਲ ਪ੍ਰਭੂ ਦਾ ਨਾਮ ਹੀ ਹੈ। ਹਰ ਭਗਤਾਂ ਕੀ ਜਾਤ ਪਤ ਹੈ, ਭਗਤ ਹਰ ਕੇ ਨਾਮ ਸਮਾਣੇ ਰਾਮ। ਪੰਨਾ 768। ਜਤ ਮੇਰੀ ਪਤ ਮੇਰੀ, ਧਨ ਹਰ ਨਾਮ। ਪੰਨਾ 742। ਗੁਰੂ ਰਾਮਦਾਸ ਜੀ ਦਾ ਫਰਮਾਨ ਹੈ ਕਿ ਪਤਾ ਨਹੀਂ ਲੋਕ ਮੈਨੂੰ ਸੋਢੀ ਸੁਲਤਾਨ ਕਿਉਂ ਕਹਿੰਦੇ ਹਨ। ਮੇਰੀ ਜਾਤ, ਮੇਰੀ ਇੱਜ਼ਤ, ਸਭ ਕੁਝ ਮੇਰਾ ਗੁਰੂ ਹੀ ਹੈ। ਮੈਂ ਤਾਂ ਆਪਣਾ ਤਨ ਮਨ, ਆਪਣਾ ਸੀਸ, ਸਭ ਕੁਝ ਗੁਰੂ ਅੱਗੇ ਵੇਚ ਦਿੱਤਾ ਹੋਇਆ ਹੈ। ਮੈਂ ਤਾਂ ਹਾਂ ਹੀ ਉਸ ਸੱਚੇ ਗੁਰੂ ਦਾ ਚੇਲਾ, ਜਿਹੜਾ ਮੇਰੀ ਲਾਜ ਪਤ ਦਾ ਰਾਖਾ ਹੈ। ਅਮਰੀ ਜਾਤ ਪਤ ਗੁਰ ਸਤਿਗੁਰ, ਹਮ ਵੇਚਿਓ ਸਿਰ ਗੁਰ ਕੇ, ਜਨ ਨਾਨਕ ਨਾਮ ਪਰਿਓ ਗੁਰ ਚੇਲਾ, ਗੁਰ ਰਾਖੋ ਲਾਜ ਜਨ ਕੇ। ਪੰਨਾ 731। ਕਬੀਰ ਸਾਹਿਬ ਦਾ ਫਰਮਾਨ ਹੈ
ਕਿ ਮੇਰਾ ਠਾਕੁਰ ਤਾਂ ਅਜਿਹੇ ਆਨੰਦ ਅਤੇ ਮੌਜ ਦਾ ਮਾਲਕ ਹੈ ਕਿ ਉਹ ਕਿਸੇ ਦੀ ਜਾਤ ਨੂੰ ਕੋਈ ਮਾਨਤਾ ਨਹੀਂ ਦਿੰਦਾ। ਕਬੀਰ ਕੋ ਠਾਕੁਰ ਅਨੰਦ ਬਨੋਦੀ, ਜਾਤ ਨਾ ਕਾਹੂ ਕੀ ਮਾਨੀ, ਪੰਨਾ 1105। ਅਤੇ ਭਗਤ ਰਵਿਦਾਸ ਜੀ ਦਾ ਫਰਮਾਨ ਹੈ, ਜਿਹੜਾ ਮਨੁੱਖ ਨਾਮ ਸਿਮਰਦਾ ਹੈ ਉਸ ਦੀ ਜਾਤ ਗੋਤ ਖਤਮ ਹੋ ਜਾਂਦੀ, ਉਸ ਦਾ ਜਨਮ ਮਰਨ ਮਿਟ ਜਾਂਦਾ ਹੈ, ਜੂਨਾਂ ਨਾਲ ਉਸ ਦਾ ਕੋਈ ਵਾਸਤਾ ਹੀ ਨਹੀਂ ਰਹਿ ਜਾਂਦਾ। ਕਹਿ ਰਵਿਦਾਸ ਜੋ ਜਪੈ ਨਾਮ, ਤਿਸ ਜਾਤ ਨਾ ਜਨਮ ਨਾ ਜੋਨ ਕਾਮ, ਪੰਨਾ 1196। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਆਪਣੀ ਹੱਥੀਂ ਲਿਖਣ ਵਾਲੇ ਅਤੇ ਗੁਰਮਤਿ ਦੇ ਮਹਾਨ ਵਿਦਵਾਨ ਭਾਈ ਗੁਰਦਾਸ ਜੀ ਦਾ ਫਰਮਾਨ ਹੈ ਕਿ ਘਿਓ ਭਾਵੇਂ ਸ਼ੂਦਰ ਦੇ ਭਾਂਡੇ ਵਿੱਚ ਪਿਆ ਹੋਵੇ ਅਤੇ ਘਿਓ ਦਾ ਭਾਂਡਾ ਭਾਵੇਂ ਤੁਰਕਾਂ ਦਾ ਹੋਵੇ, ਉਸ ਦੀ ਭਿੱਠ ਦੀ ਵਿਚਾਰ ਕੋਈ ਸੂਚਾਚਾਰੀ ਬ੍ਰਾਹਮਣ ਵੀ ਨਹੀਂ ਕਰਦਾ। ਇਸੇ ਤਰ੍ਹਾਂ ਹੀ ਭਗਤਾਂ ਦੀ ਚੰਗੀ ਜਾਂ ਮਾੜੀ ਜਾਤ ਕੋਈ ਨਹੀਂ ਹੁੰਦੀ। ਵਾਰ 5ਵੀਂ ਦੀ 5ਵੀਂ ਪੌੜੀ ਵਿੱਚ ਭਾਈ ਸਾਹਿਬ ਲਿਖਦੇ ਹਨ ਕਿ ਭਿੱਠ ਭਾਂਡਾ ਨਾ ਵਿਚਾਰੀਏ, ਭਗਤਾਂ ਜਾਤ ਸਨਾਤ ਨ ਕਾਈ। ਹੁਣ ਤਾਈਂ ਦੀ ਗੁਰਬਾਣੀ ਵਿਚਾਰ ਤੋਂ ਇਹ ਸਮਝਣ ਵਿੱਚ ਕੋਈ ਔਕੜ ਨਹੀਂ ਰਹਿਣੀ ਚਾਹੀਦੀ ਕਿ ਜਾਤ ਗੋਤ ਵਾਲੀ ਵੰਡ ਨੂੰ ਸਤਿਗੁਰਾਂ ਨੇ ਪਸੰਦ ਨਹੀਂ ਕੀਤਾ। ਇਸ ਨੂੰ ਮਨੁੱਖਤਾ ਲਈ ਹਾਨੀਕਾਰਕ ਦੱਸਦਿਆਂ ਸਮਝਾਇਆ ਹੈ ਕਿ ਜਾਤ ਦਾ ਹੰਕਾਰ ਮਨੁੱਖ ਦੇ ਆਤਮਿਕ ਜੀਵਨ ਨੂੰ ਬਰਬਾਦ ਕਰ ਦੇਣ ਵਾਲਾ ਠੱਗ ਹੈ। ਝਾੜ ਝੱਖੜ ਉਹਾਰ, ਲਹਿਰੀ ਵਹਿਣ ਲਖੇਸਰੀ, ਸਤਿਗੁਰ ਸਿਉ ਆਲਾਏ, ਬੇੜੇ ਡੁੱਬਣ ਨਾਹੇ ਪਉ, ਪੰਨਾ 1410। ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ ਚੌਥਾ। ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ। ਪਹਿਲੇ ਕਾਂਡ ਦਾ 23ਵਾਂ ਭਾਗ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।